हाँ जी, गुड मॉर्निंग स्टूडेंट्स। बेटा इस वीडियो स्पैशल मैं तैयार कर रहा। इस वीडियो ਦੇ ਅਸੀਂ ਜਿਹੜਾ ਹਿਸਟਰੀ ਦਾ ਚੈਪਟਰ ਨੰਬਰ 1 ਹੈ ਦ ਰਾਈਜ਼ ਆਫ ਨੈਸ਼ਨਲਿਜ਼ਮ ਇਨ ਯੂਰਪ, ਉਹਦੀਆਂ ਜਿਹੜੀਆਂ ਫਿਗਰਸ ਨੇ, ਇਮੇजेस ਨੇ, ਪਿਕਚਰਸ ਨੇ, ਜੋ ਕੁਝ ਪਿਕਚਰਸ ਰਹਿ ਗਈਆਂ ਸੀ ਇਹਨਾਂ ਦੀ ਰੀਡਿੰਗ ਕਰਾਂਗੇ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਸੋ ਹਿਸਟਰੀ ਦਾ ਚੈਪਟਰ 1 ਰਾਈਜ਼ ਆਫ ਨੈਸ਼ਨਲਿਜ਼ਮ ਇਨ ਯੂਰਪ, ਉਹਦੀਆਂ ਫਿਗਰਸ ਸਮਝਾਂਗੇ। ਇਹਦੇ ਵਿੱਚ ਪਹਿਲੀ ਫਿਗਰ ਹੈ Figure 1, the dream of worldwide democratic social republics, the pact between nations, a print prepared by Frederick Sorio 1848। Frederick Sorio ने 1848 ਦੇ ਵਿੱਚ ਪ੍ਰਿੰਟ ਬਣਾਇਆ ਸੀਗਾ, ਔਰ ਇਹ ਪ੍ਰਿੰਟ ਜਿਹੜਾ ਹੈ ਆਲਰੇਡੀ ਮੈਂ ਡਿਪਿਕਟ ਕਰ ਚੁੱਕਿਆ ਹੈ, ਜਿਹੜੀ ਵੈਰੀ ਫਸਟ ਵੀਡੀਓ ਸੀਗੀ ਇਸ ਲੈਸਨ ਦੀ। ਸੋ ਇਹ ਮੈਂ ਰਿਪੀਟ ਨਹੀਂ ਕਰਾਂਗਾ, ਤੁਸੀਂ ਉੱਥੋਂ ਦੇਖ ਸਕਦੇ ਹੋ ਅਗਰ ਰਿਵਾਈਜ਼ ਕਰਨਾ ਹੈ ਤਾਂ। ਨੈਕਸਟ ਪੇਜ ਦੇ ਉੱਪਰ ਚੱਲਦੇ ਹਾਂ। ਨੈਕਸਟ ਪੇਜ ਦੇ ਉੱਪਰ ਜਿਵੇਂ ਅਸੀਂ ਦੇਖ ਸਕਦੇ ਹਾਂ, ਇੱਥੇ ਅਰਨਸਟ ਰੈਨ ਨੇ ਜੋ ਨੇਸ਼ਨ ਦੀ ਡੈਫੀਨੇਸ਼ਨ ਦਿੱਤੀ ਸੀਗੀ ਉਹ ਡਿਸਕ੍ਰਾਈਬ ਕੀਤੀ ਗਈ ਹੈ, ਜਿਹਦੇ ਵਿੱਚ ਉਹ ਦੱਸਦਾ ਹੈ ਕਿ ਜਿਹੜਾ ਨੇਸ਼ਨ ਹੈ ਇਹ ਇਹਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ ਆਪਣਾ ਪੁਰਾਣਾ ਲੌਂਗ ਪਾਸਟ, ਜਿਹਦੇ ਵਿੱਚ ਸਭ ਨੇ ਮਿਲ ਕੇ ਸੈਕਰੀਫਾਈਸ ਕੀਤੇ ਹੁੰਦੇ ਨੇ, ਬਲੀਦਾਨ ਦਿੱਤੇ ਹੁੰਦੇ ਨੇ, ਔਰ ਬੜੀਆਂ ਐਫਰਟਸ ਲਗਾਈਆਂ ਹੁੰਦੀਆਂ ਨੇ ਨੇਸ਼ਨ ਬਣਾਉਣ ਲਈ ਲੋਕਾਂ ਨੇ। ਔਰ ਉਸ ਤੋਂ ਬਾਅਦ ਉਹ ਪ੍ਰੈਜ਼ੈਂਟ ਦੇ ਵਿੱਚ ਵੀ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਨੇ ਤਾਂ ਕਿ ਨੇਸ਼ਨ ਜਿਹੜਾ ਹੈ ਪ੍ਰੋਗਰੈਸ ਕਰ ਸਕੇ। ਔਰ ਉਹ ਕਹਿੰਦਾ ਹੈ ਕਿ ਜਿਹੜਾ ਨੇਸ਼ਨ ਹੈ ਇਹ ਲਾਰਜ ਸਕੇਲ ਸੋਲੀਡੈਰਿਟੀ ਹੁੰਦਾ ਹੈ, ਸਭ ਦੀ ਏਕਤਾ ਦੇ ਨਾਲ ਬਣਦਾ ਹੈ, ਐਂਡ ਇਟਸ ਐਗਜ਼ਿਸਟੈਂਸ ਇਜ਼ ਡੇਲੀ ਪਲੈਬੀਸਾਈਟ। ਔਰ ਜਿਹੜਾ ਨੇਸ਼ਨ ਹੈ ਇਹ ਇੱਕ ਤਰ੍ਹਾਂ ਦਾ ਡੇਲੀ ਪਲੈਬੀਸਾਈਟ ਹੁੰਦਾ ਹੈ। ਪਲੈਬੀਸਾਈਟ ਮੀਨਸ ਰੈਫਰੈਂਡਮ। ਸੋ ਇੱਕ ਡੇਲੀ ਰੈਫਰੈਂਡਮ ਦੇ ਵਾਂਗ ਹੈ। ਪਲੈਬੀਸਾਈਟ ਇੱਕ ਰੈਫਰੈਂਡਮ ਹੁੰਦਾ ਹੈ ਜਿਹਦੇ ਵਿੱਚ ਕਹਿੰਦੇ ਡਾਇਰੈਕਟ ਵੋਟ ਪਾਈ ਜਾਂਦੀ ਹੈ ਲੋਕਾਂ ਦੁਆਰਾ। ਉਹ ਕਿਸੇ ਪ੍ਰਪੋਜ਼ਲ ਨੂੰ ਪ੍ਰਵਾਨ ਕਰ ਸਕਦੇ ਨੇ ਜਾਂ ਰਿਜੈਕਟ ਕਰ ਸਕਦੇ ਨੇ। ਸੋ ਇੱਕ ਤਰ੍ਹਾਂ ਦਾ ਕਹਿੰਦੇ ਡੇਲੀ ਰੈਫਰੈਂਡਮ ਹੁੰਦਾ ਹੈ। ਲੋਕ ਜਿਹੜੇ ਨੇ ਡੇਲੀ ਆਪਣੀ ਇੱਛਾ ਜ਼ਾਹਿਰ ਕਰਦੇ ਨੇ ਕਿ ਉਹ ਇਸ ਨੇਸ਼ਨ ਦਾ ਪਾਰਟ ਨੇ ਔਰ ਇਸ ਨੇਸ਼ਨ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ। ਸੋ ਆਪਣੀ ਤਰ੍ਹਾਂ ਦੀ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਨੇਸ਼ਨ ਦੀ। ਉਹਦੇ 'ਚ ਇਹ ਵੀ ਗੱਲ ਕਰਦਾ ਹੈ ਕਿ ਜਿਹੜਾ ਨੇਸ਼ਨ ਹੈ ਆਪਣੇ ਇਨਹੈਬੀਟੈਂਟਸ ਦੇ ਨਾਲ ਬਣਦਾ ਹੈ, ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ ਬਣਦਾ ਹੈ। ਉਸ ਤਰ੍ਹਾਂ ਨੇਸ਼ਨ ਦੀ ਕੋਈ ਐਗਜ਼ਿਸਟੈਂਸ ਨਹੀਂ ਹੁੰਦੀ। ਔਰ ਨੇਸ਼ਨ ਜਿਹੜਾ ਹੈ ਲੋਕਾਂ ਨੂੰ ਜਿਹੜੀਆਂ ਨੈਸੈਸਿਟੀਜ਼ ਨੇ ਉਹਨਾਂ ਦੀਆਂ ਉਹ ਪ੍ਰੋਵਾਈਡ ਕਰਦਾ ਹੈ ਔਰ ਲਿਬਰਟੀ ਦੀ ਗਰੰਟੀ ਦਿੰਦਾ ਹੈ। ਹਰ ਤਰ੍ਹਾਂ ਦੀ ਫਰੀਡਮ ਹੁੰਦੀ ਹੈ ਲੋਕਾਂ ਨੂੰ ਆਪਣੇ ਨੇਸ਼ਨ ਦੇ ਵਿੱਚ। ਨੈਕਸਟ ਅੱਗੇ ਦੇਖਦੇ ਹਾਂ। ਨੈਕਸਟ ਹੈ ਜੀ ਫਿਗਰ 2 ਸਾਡੇ ਕੋਲ, ਦ ਕਵਰ ਆਫ ਅ ਜਰਮਨ ਐਲਮਾਨੈਕ ਡਿਜ਼ਾਈਨਡ ਬਾਏ ਜਰਨਲਿਸਟ ਐਂਡਰੀਅਸ ਸਟ੍ਰੈਬਮੈਨ ਇਨ 1798। 1798 ਦੇ ਵਿੱਚ ਇੱਕ ਪੱਤਰਕਾਰ ਐਂਡਰੀਅਸ ਸਟ੍ਰੈਬਮੈਨ ਨੇ ਜਿਹੜਾ ਹੈ ਇੱਕ ਕਵਰ ਤਿਆਰ ਕੀਤਾ ਸੀਗਾ ਆਪਣੇ ਮੈਗਜ਼ੀਨ ਦਾ। ਉਹਦੇ 'ਚ ਉਹਨੇ ਦੋ ਚੀਜ਼ਾਂ ਇਕੱਠੀਆਂ ਦਿਖਾਈਆਂ ਨੇ। ਲੈਫਟ ਸਾਈਡ ਦੇ ਉੱਪਰ ਜਿਹੜੀ ਇਮੇਜ ਹੈ ਇਹ ਫਾਲ ਆਫ ਬਾਸਟੀਲ ਦੀ ਇਮੇਜ ਹੈ, ਜੋ ਕਿ ਫਰੈਂਚ ਰੈਵੋਲਿਊਸ਼ਨ ਦੇ ਦੌਰਾਨ ਇੱਕ ਅਹਿਮ ਈਵੈਂਟ ਹੋਇਆ ਸੀਗਾ। ਬਾਸਟੀਲ ਦਾ ਕਿਲ੍ਹਾ ਜਿਹੜਾ ਸੀ ਲੋਕਾਂ ਦੁਆਰਾ ਉਡਾ ਦਿੱਤਾ ਗਿਆ ਸੀਗਾ। ਰਾਈਟ ਸਾਈਡ 'ਤੇ ਬਿਲਕੁਲ ਸੇਮ ਤਰ੍ਹਾਂ ਦੀ ਬਿਲਡਿੰਗ ਹੈ ਜਰਮਨੀ ਦੀ, ਉੱਥੇ ਵੀ ਸੇਮ ਤਰ੍ਹਾਂ ਦਾ ਫੋਰਟ ਇੱਕ ਕਿਲ੍ਹਾ ਦਿਖਾਇਆ ਗਿਆ ਹੈ। ਔਰ ਨੀਚੇ ਉਹਨਾਂ ਨੇ ਜਿਹੜਾ ਕੁਛ ਇਨਸਕ੍ਰਿਪਸ਼ਨਸ ਲਿਖੀਆਂ ਹੋਈਆਂ ਨੇ, ਉਹ ਦੇਖਦੇ ਹਾਂ ਅਸੀਂ ਕੀ ਹੈ। ਸੋ ਇਹਦੇ 'ਚ ਦਿਖਾਉਂਦਾ ਹੈ ਕਿ ਜਿਵੇਂ ਫਰੈਂਚ ਬਾਸਟੀਲ ਨੂੰ ਸਟੋਮ ਕੀਤਾ ਸੀਗਾ ਰੈਵੋਲਿਊਸ਼ਨਰੀ ਕਰਾਊਡ ਨੇ, ਬਿਲਕੁਲ ਉਸੇ ਤਰ੍ਹਾਂ ਦੀ ਐਫਰਟ ਦੀ ਜ਼ਰੂਰਤ ਹੈ ਜਰਮਨੀ ਦੇ ਵਿੱਚ ਵੀ, ਕਿਉਂਕਿ ਜਰਮਨੀ ਦਾ ਫੋਰਟ ਹੈ। ਜਰਮਨੀ 'ਚ ਵੀ ਐਸੀ ਐਫਰਟ ਦੀ ਜ਼ਰੂਰਤ ਹੈ ਤਾਂ ਕਿ ਉੱਥੋਂ ਦੇ ਕਿੰਗਸ ਜਿਹੜੇ ਨੇ ਉਹਨਾਂ ਬੁਰੇ ਕਿੰਗਸ ਨੂੰ ਖ਼ਤਮ ਕੀਤਾ ਜਾ ਸਕੇ। ਇਹ ਜਿਹੜੇ ਜਰਮਨੀ ਦੇ ਵਿੱਚ ਇਹ ਜਿਹੜਾ ਫੋਰਟ ਦਿਖਾਇਆ ਗਿਆ ਹੈ ਇਹ ਇੱਕ ਤਰ੍ਹਾਂ ਦਾ ਬੈਸਟੀਨ, ਇੱਕ ਕਿਲ੍ਹਾ ਹੈ ਡਿਸਪੋਟਿਕ ਰੂਲ ਦਾ, ਜਿੱਥੇ ਕਿ ਡਿਸਪੋਟਿਕ ਰੂਲ ਲਾਗੂ ਕੀਤਾ ਹੋਇਆ ਸੀਗਾ ਜਰਮਨ ਕਿੰਗਸ ਨੇ। ਕਸੇਲ ਪ੍ਰੋਵਿੰਸ ਦੇ ਵਿੱਚ ਇਹ ਫੋਰਟ ਸੀਗਾ। ਸੋ ਇਸ ਦੇ ਵਿੱਚ ਨੀਚੇ ਸਲੋਗਨ ਦਿੱਤਾ ਹੋਇਆ ਹੈ ਇੱਥੇ ਕਿ ਲੋਕਾਂ ਨੂੰ ਜਿਹੜਾ ਹੈ ਆਪਣੀ ਫਰੀਡਮ ਆਪ ਜਿਹੜਾ ਸਟਰਗਲ ਕਰਕੇ ਲੈ ਲੈਣੀ ਚਾਹੀਦੀ ਹੈ। ਰੈਬਮੈਨ ਜਿਹਨੇ ਬਣਾਈ ਸੀ ਇਮੇਜ, ਉਹ ਮੇਨਜ਼ ਸਿਟੀ ਦੇ ਵਿੱਚ ਰਹਿੰਦਾ ਸੀ ਔਰ ਖੁਦ ਜਰਮਨ ਜੈਕੋਬਿਨ ਕਲੱਬ ਦਾ ਮੈਂਬਰ ਹੈਗਾ ਸੀਗਾ। ਸੋ ਇੱਕ ਤਰ੍ਹਾਂ ਦੀ ਇੰਸਪੀਰੇਸ਼ਨ ਦਿੱਤੀ ਹੈ ਜਰਮਨ ਲੋਕਾਂ ਨੂੰ ਕਿ ਜਿਵੇਂ ਫਰੈਂਚ ਲੋਕਾਂ ਨੇ ਡਿਸਪੋਟਿਕ ਰੂਲ ਆਫ ਕਿੰਗ ਨੂੰ ਖ਼ਤਮ ਕੀਤਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਰਮਨ ਪੀਪਲ ਨੂੰ ਹੀ ਡਿਸਪੋਟਿਕ ਰੂਲ ਆਫ ਕਿੰਗ ਨੂੰ ਐਬੋਲਿਸ਼ ਕਰਨਾ ਚਾਹੀਦਾ ਹੈ। ਨੈਕਸਟ ਪੇਜ 'ਤੇ ਹੈ ਸਾਡੇ ਕੋਲ ਫਿਗਰ 3, ਯੂਰਪ ਆਫਟਰ ਦਾ ਕਾਂਗਰਸ ਆਫ ਵੀਐਨਾ 1815। 1815 ਦੇ ਵਿੱਚ ਵੀਐਨਾ ਕਾਂਗਰਸ ਹੋਈ ਸੀ, ਸਾਨੂੰ ਪਤਾ ਹੈ। ਨੈਪੋਲੀਅਨ ਦੇ ਹਾਰਨ ਤੋਂ ਬਾਅਦ ਜਿਹੜੇ ਵਿਕਟੋਰੀਅਸ ਕੰਟਰੀਜ਼ ਸੀਗੇ ਉਹਨਾਂ ਨੇ ਇੱਕ ਟਰੀਟੀ ਲਾਗੂ ਕੀਤੀ ਸੀਗੀ, ਬਣਾਈ ਸੀਗੀ ਫਰਾਂਸ ਦੇ ਨਾਲ, ਫਰਾਂਸ ਦੇ ਉੱਪਰ ਇੰਪਲੀਮੈਂਟ ਕੀਤੀ ਸੀਗੀ। ਕਾਫੀ ਯੂਰਪ ਦਾ ਨਕਸ਼ਾ ਚੇਂਜ ਹੋ ਗਿਆ ਸੀ। ਸੋ 1815 ਤੋਂ ਬਾਅਦ ਯੂਰਪ ਦਾ ਨਕਸ਼ਾ ਕੁਛ ਇਸ ਤਰ੍ਹਾਂ ਦਿਖਾਈ ਦਿੰਦਾ ਸੀਗਾ। ਅਲੱਗ-ਅਲੱਗ ਕੰਟਰੀਜ਼ ਦੀਆਂ ਬਾਊਂਡਰੀਜ਼ ਕਾਫੀ ਬਦਲ ਗਈਆਂ ਸੀ, ਸੋ ਜੋ ਇਹਦੇ ਵਿੱਚ ਦਿਖਾਈਆਂ ਗਈਆਂ ਨੇ। ਨੈਕਸਟ ਹੈ ਜੀ ਸਾਡੇ ਕੋਲ ਫਿਗਰ 4। ਫਿਗਰ 4 ਦਾ ਟਾਈਟਲ ਹੈ ਦ ਪਲਾਂਟਿੰਗ ਆਫ ਟਰੀ ਆਫ ਲਿਬਰਟੀ ਇਨ
ਜ਼ਵੈਬਰੂਕਨ ਜਰਮਨੀ। ਜਰਮਨੀ ਦੇ ਵਿੱਚ ਜ਼ਵੈਬਰੂਕਨ ਨਾਮ ਦੀ ਪਲੇਸ ਦੇ ਉੱਪਰ ਲਿਬਰਟੀ ਦਾ ਟਰੀ ਲਗਾਇਆ ਜਾ ਰਿਹਾ ਹੈ ਫ੍ਰੈਂਚ ਆਰਮੀ ਵੱਲੋਂ। ਸਾਨੂੰ ਪਤਾ ਹੈ ਕਿ ਫ੍ਰੈਂਚ ਰੈਵੋਲਿਊਸ਼ਨ ਤੋਂ ਬਾਅਦ ਫਰਾਂਸ ਦੀਆਂ ਜਿਹੜੀਆਂ ਆਰਮੀਜ਼ ਸੀਗੀਆਂ ਉਹਨਾਂ ਨੇ ਨੇਬਰਿੰਗ ਕੰਟਰੀਜ਼ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਉੱਥੋਂ ਦੇ ਕਿੰਗਸ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਔਰ ਇਸੇ ਤਰ੍ਹਾਂ ਹੀ ਜਰਮਨੀ ਦੇ ਵਿੱਚ ਵੀ ਫਰਾਂਸ ਦੀਆਂ ਫੌਜਾਂ ਪਹੁੰਚ ਗਈਆਂ ਔਰ ਜਾ ਕੇ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਰਮਨੀ ਦੇ ਬੁਰੇ ਕਿੰਗਸ ਤੋਂ ਆਜ਼ਾਦੀ ਦਿਵਾਉਣ ਆਏ ਹਾਂ। ਲੇਕਿਨ ਅਸਲ ਦੇ ਵਿੱਚ ਇੱਕ ਆਦੀ ਆਜ਼ਾਦੀ ਸੀਗੀ। ਫ੍ਰੈਂਚ ਆਰਮੀਜ਼ ਨੇ ਉੱਥੋਂ ਦੇ ਲੋਕਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾ ਕੇ। ਤੁਸੀਂ ਦੇਖ ਸਕਦੇ ਹੋ ਫਿਗਰ ਦੇ ਵਿੱਚ ਕਿ ਕਿਵੇਂ ਇੱਕ ਕਿਸਾਨ ਜਿਹੜਾ ਹੈ ਉਹਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ, ਵਿਮਨ ਦੇ ਉੱਪਰ ਜਿਹੜਾ ਹੈ ਜ਼ੁਲਮ ਕੀਤਾ ਜਾ ਰਿਹਾ ਹੈ। ਠੀਕ ਹੈ ਜੀ। ਸੋ ਲੋਕਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ। ਲੇਕਿਨ ਇੱਥੇ ਇੱਕ ਪਲੈਕਡ ਲਗਾਇਆ ਗਿਆ ਹੈ ਲਿਬਰਟੀ ਟਰੀ ਦੇ ਉੱਪਰ ਇੱਕ ਬੋਰਡ ਲਗਾਇਆ ਜਾ ਰਿਹਾ ਜਿੱਥੇ ਕੀ ਲਿਖਿਆ ਹੋਇਆ ਹੈ, ਟੇਕ ਫਰੀਡਮ ਐਂਡ ਇਕੁਐਲਿਟੀ ਫਰੋਮ ਅਸ, ਦਾ ਮਾਡਲ ਆਫ ਹਿਊਮੈਨਿਟੀ। ਫਰਾਂਸ ਦੀਆਂ ਫੌਜਾਂ ਕਹਿ ਰਹੀਆਂ ਨੇ ਕਿ ਅਸੀਂ ਤੁਹਾਨੂੰ ਆਜ਼ਾਦੀ ਅਤੇ ਇਕੁਐਲਿਟੀ ਦੇਣ ਆ ਰਹੇ ਹਾਂ। ਇੱਕ ਤਰ੍ਹਾਂ ਦਾ ਸਰਕੈਸਟਿਕ ਰੈਫਰੈਂਸ ਸੀਗੀ, ਵਿਅੰਗ ਸੀਗਾ ਇਸ ਪੇਂਟਿੰਗ ਦੇ ਵਿੱਚ ਦਿਖਾਇਆ ਗਿਆ। ਪੇਂਟਰ ਨੇ ਇੱਕ ਵਿਅੰਗ ਦਿਖਾਇਆ ਹੈ, ਜਰਮਨ ਪੇਂਟਰ ਸੀਗਾ ਕਾਰਲ ਕੈਸਪਰ ਫ੍ਰਿਟਜ਼ ਜਿਹਨੇ ਪੇਂਟਿੰਗ ਬਣਾਈ ਸੀਗੀ। ਸੋ ਉਹ ਵਿਅੰਗ ਕਰ ਰਿਹਾ ਹੈ ਕਿ ਫ੍ਰੈਂਚ ਆਰਮੀਜ਼ ਕਹਿ ਰਹੀਆਂ ਨੇ ਕਿ ਅਸੀਂ ਲਿਬਰੇਟਰ ਹਾਂ, ਤੁਹਾਨੂੰ ਆਜ਼ਾਦੀ ਦੇਣ ਆਏ ਹਾਂ, ਲੇਕਿਨ ਐਸਾ ਹੈ ਨਹੀਂ, ਸਗੋਂ ਉਲਟਾ ਜ਼ੁਲਮ ਕਰ ਰਹੇ ਨੇ ਉਹ ਲੋਕਾਂ ਦੇ ਉੱਪਰ। ਨੈਕਸਟ ਨੀਚੇ ਫਿਗਰ ਹੈ ਫਿਗਰ 5। ਇਹਦੇ ਵਿੱਚ ਦਿਖਾਇਆ ਗਿਆ ਹੈ ਕੋਰੀਅਰ ਆਫ ਰਾਈਨਲੈਂਡ ਲੂਜ਼ਿਜ਼ ਆਲ ਦੈਟ ਹੀ ਹੈਜ਼ ਔਨ ਹਿਜ਼ ਵੇ ਫਰੋਮ ਲਿਪਸਿਕ। ਇਸ ਅਸਲ ਵਿੱਚ ਇੱਕ ਪੋਸਟਮੈਨ ਦਿਖਾਇਆ ਗਿਆ ਇਹਦੇ ਵਿੱਚ। ਉਹ ਪੋਸਟਮੈਨ ਨੈਪੋਲੀਅਨ ਹੀ ਹੈ, ਕੋਈ ਹੋਰ ਨਹੀਂ। ਔਰ ਲਿਪਜ਼ਿਕ ਦੀ ਬੈਟਲ ਜਦੋਂ ਨੈਪੋਲੀਅਨ ਹਾਰ ਗਿਆ ਸੀਗਾ ਤਾਂ ਉਸ ਤੋਂ ਬਾਅਦ ਹਾਰਦਾ ਹੋਇਆ ਵਾਪਸ ਦੇਸ਼ ਨੂੰ ਪਰਤ ਰਿਹਾ ਹੈ ਔਰ ਉਹਦੇ ਥੈਲੇ ਦੇ ਵਿੱਚੋਂ ਅਲੱਗ-ਅਲੱਗ ਲੈਟਰਸ ਨੀਚੇ ਗਿਰ ਰਹੀਆਂ ਨੇ। ਇਹ ਲੈਟਰਸ ਦੇ ਉੱਪਰ ਅਲੱਗ-ਅਲੱਗ ਏਰੀਆਜ਼ ਦੇ ਨਾਮ ਲਿਖੇ ਹੋਏ ਨੇ ਜਿਹੜੇ ਕਿ ਏਰੀਆਜ਼ ਨੈਪੋਲੀਅਨ ਗਵਾ ਚੁੱਕਾ ਸੀਗਾ ਹਾਰਨ ਤੋਂ ਬਾਅਦ। ਨੈਕਸਟ ਪੇਜ ਦੇ ਉੱਪਰ ਕੁਛ ਅਹਿਮ ਡੇਟਸ ਔਰ ਇਵੈਂਟਸ ਲਿਖੇ ਹੋਏ ਨੇ, ਤੁਸੀਂ ਲਰਨ ਕਰ ਲੈਣੇ ਨੇ। ਦੈਨ ਫਿਗਰ ਨੰਬਰ 6 ਦੇਖੋ, ਦ ਕਲੱਬ ਆਫ ਥਿੰਕਰਸ ਐਨੋਨੀਮਸ ਕੈਰੀਕੇਚਰ ਡੇਟਿੰਗ ਟੂ C 1820। ਦੇਖੋ ਇਹ ਜਿਹੜੇ ਇੱਕ ਕਾਰਟੂਨ ਵਰਕ ਜਿਹੜਾ ਬਣਾਇਆ ਗਿਆ ਹੈ ਇਹ ਅਨਨੋਨ ਰਾਈਟਰ ਦਾ ਹੈ, ਪਤਾ ਨਹੀਂ ਕਿੰਨੇ ਬਣਾਇਆ ਸੀਗਾ 1820 ਦੇ ਵਿੱਚ। ਦੇਖੋ ਸਾਨੂੰ ਪਤਾ ਹੈ 1815 ਦੇ ਵਿੱਚ ਵਿਆਨਾ ਕਾਂਗਰਸ ਹੋਈ ਸੀਗੀ। ਵਿਆਨਾ ਕਾਂਗਰਸ ਤੋਂ ਬਾਅਦ ਯੂਰਪ ਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਿਹੜਾ ਹੈ ਆਟੋਕ੍ਰੈਟਿਕ ਰੂਲਰਸ, ਡੈਸਪੋਟਿਕ ਰੂਲਰਸ ਦਾ ਰਾਜ ਆ ਗਿਆ ਸੀਗਾ, ਜਿਹਦੇ ਕਾਰਨ ਆਪਣਾ ਪ੍ਰੈਸ ਦੀ ਫਰੀਡਮ ਕਾਫੀ ਖੋਹ ਲਈ ਗਈ ਸੀ ਕਾਫੀ ਕੰਟਰੀਜ਼ ਦੇ ਵਿੱਚ ਯੂਰਪ ਦੇ ਵਿੱਚ। ਨਾ ਲੋਕ ਫਰੀਲੀ ਥਿੰਕ ਕਰ ਸਕਦੇ, ਸੋਚ ਸਕਦੇ ਸੀ, ਨਾ ਹੀ ਉਹਨੂੰ ਆਪਣੀ ਥਿੰਕਿੰਗ ਨੂੰ ਐਕਸਪ੍ਰੈਸ ਕਰ ਸਕਦੇ ਸੀਗੇ। ਸੋ ਕਾਰਟੂਨ ਇਹੀ ਦਿਖਾ ਰਿਹਾ ਹੈ। ਇਹਦੇ 'ਚ ਤੁਸੀਂ ਦੇਖ ਸਕਦੇ ਹਾਂ ਇੱਕ ਰਾਊਂਡ ਟੇਬਲ ਦੇ ਉੱਪਰ ਅਲੱਗ-ਅਲੱਗ ਜਿਹੜੇ ਨੇ ਉਸ ਟਾਈਮ ਦੇ ਪੜ੍ਹੇ ਲਿਖੇ ਲੋਕ ਬੈਠੇ ਹੋਏ ਨੇ, ਵਿਦਵਾਨ ਸਕੋਲਰਸ, ਲੇਕਿਨ ਉਹਨਾਂ ਦੇ ਮੂੰਹ ਦੇ ਉੱਪਰ ਮਜ਼ਲਸ ਲੱਗੇ ਹੋਏ ਨੇ। ਇੱਕ ਤਰ੍ਹਾਂ ਦਾ ਮਾਸਕ ਜਾਂ ਕਹਿ ਲਈਏ ਜਾਂ ਕੱਪੜਾ ਬੰਨਿਆ ਹੋਇਆ ਹੈ ਕਿ ਕੁਛ ਬੋਲ ਨਹੀਂ ਸਕਦੇ ਸਰਕਾਰ ਦੇ ਖਿਲਾਫ। ਸੋ ਦੋ ਇੱਥੇ ਪਲੈਕਡ ਲੱਗੇ ਹੋਏ ਨੇ, ਇੱਕ ਲੈਫਟ ਸਾਈਡ 'ਤੇ ਇੱਕ ਰਾਈਟ ਸਾਈਡ 'ਤੇ। ਲੈਫਟ ਸਾਈਡ 'ਤੇ ਕੀ ਲਿਖਿਆ ਹੈ, ਦ ਮੋਸਟ ਇੰਪੋਰਟੈਂਟ ਕੁਐਸਚਨ ਆਫ ਟੂਡੇਜ਼ ਮੀਟਿੰਗ, ਹਾਊ ਲੌਂਗ ਵਿਲ ਥਿੰਕਿੰਗ ਬੀ ਅਲਾਊਡ ਟੂ ਅਸ। ਕਿ ਬੈਠੇ ਤਾਂ ਇੱਕ ਕੋਈ ਮੀਟਿੰਗ ਕਰਨ ਲਈ ਨੇ, ਲੇਕਿਨ ਉਹ ਸੋਚ ਰਹੇ ਨੇ ਕਿ ਜਿੰਨੀ ਕੁ ਸਾਨੂੰ ਫਰੀਡਮ ਹੋਏਗੀ ਮੀਟਿੰਗ ਕਰਨ ਦੀ ਅਸੀਂ ਉਨੀ ਕੁ ਹੀ ਫਰੀਡਮ ਲੈ ਸਕਦੇ ਹਾਂ। ਸੋ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਸੋਚਣ ਦੀ ਫਰੀਡਮ ਦੇ ਉੱਪਰ। ਦੈਨ ਬੋਰਡ ਨੰਬਰ 2 ਦੇ ਵਿੱਚ ਕੀ ਕਹਿੰਦਾ ਹੈ, ਬੋਰਡ ਨੰਬਰ 2 ਦੇ ਵਿੱਚ ਰੂਲ ਲਿਖੇ ਹੋਏ ਨੇ ਇਸ ਮੀਟਿੰਗ ਦੇ। ਉਹਦੇ 'ਚ ਲਿਖਿਆ ਹੈ ਕਿ ਸਾਇਲੈਂਸ ਜਿਹੜਾ ਪਹਿਲਾ ਰੂਲ ਹੈਗਾ, ਤੁਸੀਂ ਖਾਮੋਸ਼ ਰਹਿਣਾ, ਕੁਛ ਨਹੀਂ ਬੋਲਣਾ। ਔਰ ਦੂਜਾ ਕਿ ਅਗਰ ਤੁਸੀਂ ਕਿਤੇ ਲਾਲਚ 'ਚ ਆ ਕੇ ਜਾਂ ਕਿਸੇ ਤਰੀਕੇ ਦੇ ਨਾਲ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹੀਂ ਬੋਲ ਸਕੋਗੇ, ਕਿਉਂਕਿ ਤੁਹਾਨੂੰ ਜਦੋਂ ਐਂਟਰੀ ਤੁਹਾਡੀ ਹੋਈ ਹੈ ਤੁਹਾਨੂੰ ਮਸਲਸ ਪ੍ਰੋਵਾਈਡ ਕੀਤੇ ਗਏ ਮੂੰਹ 'ਤੇ ਲਾਉਣ ਵਾਸਤੇ, ਤੁਸੀਂ ਕੁਛ ਵੀ ਗਵਰਨਮੈਂਟ ਦੇ ਖਿਲਾਫ ਨਹੀਂ ਬੋਲ ਸਕਦੇ। ਸੋ ਇੱਕ ਤਰ੍ਹਾਂ ਦਾ ਜਿਹੜਾ ਹੈ ਸਰਕੈਜ਼ਮ ਹੈ, ਵਿਅੰਗ ਹੈ ਉਸ ਟਾਈਮ ਦੀਆਂ ਗਵਰਨਮੈਂਟਸ ਦੇ ਖਿਲਾਫ ਕਿ ਕਿਵੇਂ ਫਰੀਡਮ ਲੋਕਾਂ ਦੀ ਥਿੰਕਿੰਗ ਅਤੇ ਐਕਸਪ੍ਰੈਸ਼ਨ ਦੀ ਫਰੀਡਮ ਖਤਮ ਕਰ ਦਿੱਤੀ ਗਈ ਸੀਗੀ ਡਿਊਰਿੰਗ 1820 ਇਨ ਯੂਰਪ। ਫਿਗਰ ਨੰਬਰ 7 ਦੇ ਵਿੱਚ ਜੈਸਪੀ ਮੈਜ਼ਨੀ ਦਿਖਾਇਆ ਗਿਆ ਹੈ, ਜੋ ਕਿ ਯੰਗ ਯੂਰਪ ਨਾਮ ਦੀ ਔਰਗਨਾਈਜੇਸ਼ਨ ਨੂੰ ਫਾਊਂਡ ਕਰ ਰਿਹਾ 1833 ਦੇ ਵਿੱਚ। ਤੁਹਾਨੂੰ ਪਤਾ ਹੈ ਜੈਸਪੀ ਮੈਜ਼ਨੀ ਜਿਹੜਾ ਹੈ ਇਟਾਲੀਅਨ ਰੈਵੋਲਿਊਸ਼ਨਰੀ ਸੀਗਾ, ਜਿਹਨੇ ਕਿ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਸੀਗੀ ਇਟਲੀ ਦੀ ਯੂਨੀਫਿਕੇਸ਼ਨ ਵਾਸਤੇ। ਫਿਗਰ ਨੰਬਰ 8 ਹੈ ਦ ਮੈਸੈਕਰ ਐਟ ਕਿਓਸ, ਯੂਗੀਨ ਡੈਲਾ ਕ੍ਰੋਇਕਸ। ਯੂਗੀਨ ਡੈਲਾ ਕ੍ਰੋਇਕਸ ਜਿਹੜਾ ਸੀਗਾ ਫ੍ਰੈਂਚ ਪੇਂਟਰ ਸੀਗਾ। ਉਹਨੇ ਕਿਓਸ ਆਈਲੈਂਡ ਦੇ ਵਿੱਚ ਜਿਹੜਾ ਮੈਸੈਕਰ ਕਤਲੇਆਮ ਹੋਇਆ ਸੀ ਲੋਕਾਂ ਦਾ, ਉਹ ਡਿਪਿਕਟ ਕੀਤਾ ਇਸ ਪੇਂਟਿੰਗ ਦੇ ਵਿੱਚ। 1824 ਦੀ ਪੇਂਟਿੰਗ ਹੈ ਔਰ ਇਸ ਪੇਂਟਿੰਗ ਦੇ ਵਿੱਚ ਉਹਨੇ ਦਿਖਾਇਆ ਹੈ ਕਿ ਕਿਵੇਂ 20,000 ਗ੍ਰੀਸ ਦੇ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਤੁਰਕਾਂ ਰਾਹੀਂ।
और जिस जगह ते सब कुछ होया उस जगह का नाम से आइलैंड ऑफ क्योस। सो इत्थे सब कुछ होया, दिखाया उन्हें किवें औरतां बच्चों के उपर जुल्म होए, डिफरेंट कलर्स उन्हें यूज़ किए ने और पेंटर ने जिहड़ा है ग्रीक्स वास्ते हमदर्दी क्रिएट करने की कोशिश की है। फिगर नंबर 9 दे विच पेजेंट्स का अपराइजिंग दिखाया गया 1848 का, किसानां ने जो रेवोल्यूशन किया 1848 के अपनी गवर्नमेंट के खिलाफ। फिगर नंबर 10 के फ्रैंकफर्ट पार्लीमेंट दिखाई गई है जो कि सेंट पॉल की चर्च में हुई सी जर्मनी के फ्रैंकफर्ट सिटी के 1848 के। और ये दिखाया गया है कि विमेन जड़ियाँ सी सिर्फ अपर गैलरी की एक साइड के उपर उन्होंने जोड़ा है एज ए स्पैक्टेटर ही बैठने की इजाज़त सी। नैक्सट जी फिगर है फिगर 11 है। ये दिखाया गया है कि किवें जदों जर्मनी की यूनीफिकेशन कंप्लीट हुई तो 1871 के वरसाइल्स के हाल ऑफ मिरर के एक सैरेमनी रखी गई। ठीक है जी, वो जर्मनी का जोड़ा उस टाइम का फस्ट एम्परर बनाया गया सीगा, केसर विलियम वन नूं बनाया गया सीगा। और इत्थे पिक्चर तुसीं देख सकते हैं, केसर विलियम वन उत्थे खड़ा है, उसकी ताजपोशी हो रही है, कोरोनेशन हो रही है, उसदे नाल रशियन आर्मी का जनरल वॉन रून खड़ा है, दैन बिस्मार्क भी कोल ही खड़ा है। ये जिहड़ी पेंटिंग है पेंटर ने बिस्मार्क नूं हैंड ओवर की सीगी ਉਹਦੇ 70th बर्थडे के उपर 1885 ईयर के। फिगर नंबर 11 ਦੇ मैप दिखाया गया यूनीफिकेशन ऑफ जर्मनी का 1866 तो 1871 ਦੇ ਜਿਹੜੇ एरियाज़ मर्ज ਹੋਏ ਸੀਗੇ जर्मनी ਦੇ ਵਿੱਚ। सब तो पहला ਤੁਸੀਂ देख सकते हैं कि ये ਜਿਹੜਾ एरिया है ਜਿਹੜਾ डार्क परपल कलर च दिखाया गया है प्रशिया है। 1866 तो पहला का प्रशिया दिखाया गया है। दैन 1866 ਦੇ ਵਿੱਚ प्रशिया ने ਆਸਟਰੀਆ ਨਾਲ लड़ाई लड़ के ਆਸਟਰੀਆ तो जोड़े एरियाज़ हासिल किए वो येलो कलर के दिखाए गए हैं। इस तो बाद 1867 ਦੇ जोड़े जर्मन एरियाज़ आके जर्मनी के मिल गए वो दिखाए गए हैं ग्रीन कलर के। दैन इस तो बाद साइड पर ਆਸਟਰੀਅਨ अंपायर दिखाया गया है। उस तो बाद 1871 ਦੇ जोड़े एरियाज़ जर्मनी मिले वो दिखाए गए हैं लाइट ऑरेंज कलर के। दैन 1871 ਦੇ प्रशिया ने फ्रांस के नाल एक वॉर लड़ी सी और उस लड़ाई के जित तो बाद ये जोड़ा लाइट परपल कलर का एरिया है ये जर्मनी को मिलया सी फ्रांस तो। सो इस तरह के नाल जर्मनी की यूनीफिकेशन कंप्लीट हुई सी 1871 ਦੇ ਉਹਦਾ मैप दिखाया गया स्टैप्स के। दैन फिगर नंबर 14A और 14B हैं। 14A ਦੇ इटैलीयन स्टेट्स दिखाई गई ने यूनीफिकेशन तो पहलों दियाँ 1858 ਦੇ किवें छोटे छोटे टुकड़ियां वंडिया होया सी इटली। ਉਹਦੇ ਨਾਲ 14B फिगर ਦੇ वो सारियां छोटी छोटिया स्टेट्स ਨੂੰ यूनीफाई करके किवें इटली बनाया गया वो दिखाया गया है नाल वाले मैप के स्टैप वाइज किवें किवें किहड़ा एरिया मिलिया। सो दिखाया गया कंपैरिजन के नाल। पेज ते फिगर नंबर 15 दिखाई गई है। ये तुसीं देख सकते हैं कि जिहड़ा गैरीबाल्डी है इटली के नवे किंग नूं जो पहला सार्डिनिया पीरियड का किंग सी वही सानूं पता है इटली का किंग बनया सीगा। ਉਹਦੇ पैरों के एक बूट पहना रहा है इटली का। असल में सानूं पता है गैरीबाल्डी ने इटली के साउथ पार्ट के जी 2 सिसलीज सीगियां वो जित के दित्तियां सीगियां किंग नूं, जिस कारण ये पिक्चर में दिखाया गया कि एक तरह का जो बूट सीगा इटली का वो गैरीबाल्डी ने ही प्रोवाइड किया सीगा इटैलीयन किंग। तुसीं देख सकते हैं मैप के कि ये जोड़ा एरिया है किंगडम ऑफ 2 सिसलीज एक बूट की तरह दिखाई दिता है इटली के बूट की तरह। सो ये किन्ने प्रोवाइड किया सी गैरीबाल्डी ने इटली के किंग। नैक्सट फिगर नंबर 16 तुसीं देख सकते हैं ये टॉपिक हैगा सीगा विजुअलाइजिंग द नेशन, जिहदे च असीं पढ़िया सीगा कि किवें फ्रांस ने अपने नेशन वास्ते फीमेल फिगर जिन्होंने एलगरी कहते हैं वो बनाई सी जिसका नाम मैरियाने रखा सीगा। इस तरह जर्मनी ने अपने नेशन वास्ते एक फीमेल फिगर बनाई सी, फीमेल सिंबल बनाया जिसका नाम जर्मेनिया रखा सीगा। फिगर नंबर 16 दे विच 1850 की पोस्टेज स्टैंप है जिहदे विच कि फिगर ऑफ मैरियाने दिखाई गई है डाक टिकट के उपर 15 सेंट की टिकट है। और ये जी फिगर है मैरियाने सानू पता है कि रिपब्लिक ऑफ फ्रांस नू रिप्रजेंट करती है। दैन इस तरह ही फिगर नंबर 17 दे विच जर्मेनिया की फिगर जी दिखाई गई है, पेंटिंग बनाई गई सी कपड़े के उपर। और ये जी पेंटिंग सी 1848 बनाई सी फिलिप वेट ने। और जदों फ्रैंकफर्ट पार्लीमेंट हुई सी सेंट पॉल चर्च के 1848 तो उत्थे छत तो ये जी पेंटिंग सी लटकाई गई सी।
ਇਸ ਜਰਮੇਨੀਆ ਦੀ ਫਿਗਰ ਦੇ ਵਿੱਚ ਜਿਹੜੇ ਅਲੱਗ-ਅਲੱਗ ਚੀਜ਼ਾਂ ਉਹਨੇ ਪਕੜੀਆਂ ਹੋਈਆਂ ਨੇ ਫੀਮੇਲ ਨੇ, ਉਹ ਅਲੱਗ-ਅਲੱਗ ਥਿੰਗਸ ਨੂੰ ਸਿਗਨੀਫਾਈ ਕਰ ਰਹੀਆਂ ਨੇ। ਅੱਗੇ ਜਾ ਕੇ ਅਸੀਂ ਦੇਖਾਂਗੇ। ਪਹਿਲਾਂ ਵੈਸੇ ਤੁਹਾਨੂੰ ਮੈਂ ਕਰਵਾਇਆ ਹੋਇਆ ਹੈ। ਸੋ ਇਹ ਕੁਛ ਚੀਜ਼ਾਂ ਨੇ ਜਿਹੜੀਆਂ ਕਿ ਜਰਮੇਨੀਆ ਨੇ ਹੱਥ 'ਚ ਪਕੜੀਆਂ ਹੋਈਆਂ ਨੇ, ਉਹ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕਿਸ ਚੀਜ਼ ਨੂੰ ਸਿੰਬਲਾਈਜ਼ ਕਰ ਰਹੀਆਂ ਨੇ। ਪਹਿਲਾਂ ਵੀ ਆਪਾਂ ਕੀਤਾ ਹੋਇਆ ਹੈ। ਬ੍ਰੋਕਨ ਚੇਨਸ ਜਿਹੜੀਆਂ ਨੇ ਫਰੀडम ਦੀਆਂ ਸਿੰਬਲ ਨੇ। ਬ੍ਰੈਸਟ ਪਲੇਟ ਵਿਦ ਈਗਲ ਜਿਹੜੀ ਹੈ ਇਹ ਜਰਮਨ ਐम्पायर ਦੀ ਤਾਕਤ ਦੀ ਸਿੰਬਲ ਹੈ। ਕਰਾਊਨ ਆਫ ਓਕ ਲੀਵਸ ਜਿਹੜਾ ਹੈ ਬਹਾਦਰੀ ਦਾ ਸਿੰਬਲ ਹੈ। ਸੌਰਡ ਤਲਵਾਰ ਜਿਹੜੀ ਹੈ ਰੈਡੀਨੈਸ ਟੂ ਫਾਈਟ ਦਾ ਸਿੰਬਲ ਹੈ। ਓਲੀਵ ਬ੍ਰਾਂਚ ਅਰਾਊਂਡ ਦਾ ਸੌਰਡ, ਤਲਵਾਰ ਦੇ ਅਰਾਊਂਡ ਜਿਹੜੀ ਓਲੀਵ ਬ੍ਰਾਂਚਿਸ, ਓਲੀਵ ਪਲਾਂਟ ਦੀਆਂ ਟਹਿਣੀਆਂ ਲੱਗੀਆਂ ਹੋਈਆਂ ਨੇ, ਇਹ ਸ਼ਾਂਤੀ ਬਹਾਲ ਕਰਨ ਦੇ ਸਿੰਬਲ ਨੇ। ਬਲੈਕ, ਰੈੱਡ ਅਤੇ ਗੋਲਡ ਕਲਰ ਦਾ ਜਿਹੜਾ ਟਰਾਈ ਕਲਰ ਹੈ, 3 ਰੰਗ ਦਾ ਝੰਡਾ ਹੈ। ਇਹ ਫਲੈਗ ਜਿਹੜਾ ਹੈ ਇਹ 1848 ਦੇ ਵਿੱਚ ਲਿਬਰਲ ਨੈਸ਼ਨਲਿਸਟ ਲੀਡਰਸ ਦਾ ਫਲੈਗ ਸੀਗਾ, ਔਰ ਇਹਨੂੰ ਜਿਹੜਾ ਹੈ ਉਸ ਟਾਈਮ 'ਤੇ ਜਰਮਨ ਸਟੇਟਸ ਦੇ ਡਿਊਕਸ ਨੇ ਇਹਦੇ ਉੱਪਰ ਬੈਨ ਲਗਾਇਆ ਹੋਇਆ ਸੀਗਾ। ਚੜ੍ਹਦੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਇਹ ਨਵੇਂ ਯੁੱਗ ਦੀ ਸਿੰਬਲ ਹੈਗੀਆਂ ਸੀਗੀਆਂ। ਨੈਕਸਟ ਫਿਗਰ ਹੈ ਫਿਗਰ ਨੰਬਰ 18। ਇਹਦੇ 'ਚ ਫਾਲਨ ਜਰਮੇਨੀਆ ਨਾਮ ਦੀ ਪੇਂਟਿੰਗ ਬਣਾਈ ਸੀਗੀ ਜੂਲੀਅਸ ਹੁਬਨਰ ਨੇ 1850 ਦੇ ਵਿੱਚ। ਹਾਰਿਆ ਹੋਇਆ ਜਰਮਨੀ ਨੇਸ਼ਨ ਜਿਹੜਾ ਦਿਖਾਇਆ ਗਿਆ ਇਹਦੇ ਵਿੱਚ। ਨੈਕਸਟ ਫਿਗਰ ਹੈ ਫਿਗਰ 19 ਜਰਮੇਨੀਆ ਗਾਰਡਿੰਗ ਦਾ ਰਾਈਨ। ਜਰਮੇਨੀਆ ਜਿਹੜੀ ਫੀਮੇਲ ਫਿਗਰ ਹੈ ਜਰਮਨੀ ਨੇਸ਼ਨ ਨੂੰ ਰੈਪਰੈਜ਼ੈਂਟ ਕਰਨ ਵਾਲੀ, ਉਹ ਦਿਖਾਈ ਗਈ ਕਿਵੇਂ ਤਲਵਾਰ ਲੈ ਕੇ ਆਪਣੇ ਰਾਈਨ ਏਰੀਆ ਦੀ ਰਕਸ਼ਾ ਕਰ ਰਹੀ ਹੈ। 1860 ਦੇ ਵਿੱਚ ਲੋਰੈਂਸ ਕਲੈਸਨ ਨੇ ਇਹ ਪੇਂਟਿੰਗ ਬਣਾਈ ਸੀਗੀ ਪੈਸੇ ਲੈ ਕੇ, ਔਰ ਇਹਦੇ 'ਚ ਤਲਵਾਰ ਦੇ ਉੱਪਰ ਲਿਖਿਆ ਹੋਇਆ ਕਿ ਜਰਮਨ ਸੌਰਡ ਪ੍ਰੋਟੈਕਟਸ ਦਾ ਜਰਮਨ ਰਾਈਨ। ਜਰਮਨੀ ਦੀ ਜਿਹੜੀ ਤਲਵਾਰ ਹੈ ਜਰਮਨ ਰਾਈਨ ਏਰੀਆ ਨੂੰ ਪ੍ਰੋਟੈਕਟ ਕਰਦੀ ਹੈ। ਲਾਸਟ ਬਟ ਨਾਟ ਦਾ ਲੀਸਟ ਫਿਗਰ 20 ਅ ਮੈਪ ਸੈਲੀਬ੍ਰੇਟਿੰਗ ਦਾ ਬ੍ਰਿਟਿਸ਼ ਐम्पायर। ਇਹ ਮੈਪ ਦਿਖਾਇਆ ਗਿਆ ਵਰਲਡ ਦਾ, ਜਿਹਦੇ 'ਚ ਕਿ ਬ੍ਰਿਟਿਸ਼ ਐम्पायर ਨੂੰ ਸੈਲੀਬ੍ਰੇਟ ਕੀਤਾ ਗਿਆ ਹੈ ਕਿ ਕਿਵੇਂ ਬ੍ਰਿਟਿਸ਼ ਨੇ ਪੂਰੇ ਵਰਲਡ ਦੇ ਅਲੱਗ-ਅਲੱਗ ਪਾਰਟਸ ਦੇ ਉੱਪਰ ਰਾਜ ਕੀਤਾ। ਸਪੈਸ਼ਲੀ ਜਿਹੜੇ ਔਰੇਂਜ ਕਲਰ ਦੇ ਵਿੱਚ ਏਰੀਆਜ਼ ਦਿਖਾਏ ਗਏ ਨੇ, ਇਹ ਦਿਖਾਏ ਗਏ ਨੇ ਕਿ ਕਿਵੇਂ ਇਹਨਾਂ ਏਰੀਆਜ਼ ਦੇ ਉੱਪਰ ਬ੍ਰਿਟਿਸ਼ ਜਿਹੜੇ ਨੇ ਡਿਫਰੈਂਟ ਟਾਈਮ ਦੇ ਉੱਪਰ ਰੂਲ ਕਰਦੇ ਰਹੇ। ਦੇਖ ਸਕਦੇ ਹਾਂ ਕਿਵੇਂ ਐਂਜਲਸ ਜਿਹੜੇ ਨੇ ਦਿਖਾਏ ਗਏ ਨੇ, ਜਿਨ੍ਹਾਂ ਨੇ ਫਰੀडम, ਫਰੈਟਰਨਿਟੀ, ਫੈਡਰੇਸ਼ਨ ਦੇ ਬੈਨਰਸ ਪਕੜੇ ਹੋਏ ਨੇ। ਨੀਚੇ ਸਾਹਮਣੇ ਤੁਸੀਂ ਬ੍ਰਿਟਾਨੀਆ ਦੇਖ ਸਕਦੇ ਹੋ, ਜੋ ਕਿ ਬ੍ਰਿਟੇਨ ਨੂੰ ਰੈਪਰੈਜ਼ੈਂਟ ਕਰਨ ਵਾਲੀ ਫੀਮੇਲ ਫਿਗਰ ਹੈ। ਗਲੋਬ 'ਤੇ ਬੈਠੀ ਜੋ ਦਿਖਾ ਰਹੀ ਕਿ ਪੂਰੇ ਵਰਲਡ ਦੇ ਉੱਪਰ ਇਹਨਾਂ ਨੇ ਰਾਜ ਕੀਤਾ। ਔਰ ਇਸ ਤੋਂ ਬਾਅਦ ਇਹ ਕੁਛ ਟਾਈਗਰਸ ਜਾਂ ਪ੍ਰੀਮਿਟਿਵ ਪੀਪਲ ਦਿਖਾਏ ਨੇ, ਆਦੀਵਾਸੀ ਲੋਕ ਵਗੈਰਾ, ਫੋਰੈਸਟ ਦਿਖਾਏ ਨੇ, ਜੋ ਕਿ ਰੈਪਰੈਜ਼ੈਂਟ ਕਰ ਰਹੇ ਨੇ ਕਲੋਨੀਅਲ ਪੀਪਲ। ਬਸਤੀਆਂ ਸੀਗੀਆਂ ਬਣਾਈਆਂ ਹੋਈਆਂ ਇਹਨਾਂ ਨੇ, ਕਲੋਨੀਜ਼ ਬਣਾਈਆਂ ਹੋਈਆਂ ਸੀ ਅਫਰੀਕਾ, ਏਸ਼ੀਆ ਦੇ ਵਿੱਚ, ਔਰ ਉੱਥੋਂ ਦੇ ਗਰੀਬ ਲੋਕ ਦਿਖਾਏ ਗਏ ਨੇ ਕਿ ਕਿਵੇਂ ਇਹਨਾਂ ਦੇ ਉੱਪਰ ਰਾਜ ਕੀਤਾ ਸੀ ਅੰਗਰੇਜ਼ਾਂ ਨੇ। ਦੈਨ ਸੋ ਇਹ ਦਿਖਾਇਆ ਗਿਆ ਡੋਮੀਨੇਸ਼ਨ ਆਫ ਦ ਵਰਲਡ ਇਜ਼ ਸ਼ੋਨ ਐਜ਼ ਦ ਬੇਸਿਸ ਆਫ ਬ੍ਰਿਟੇਨਸ ਨੈਸ਼ਨਲ ਪ੍ਰਾਈਡ। ਇਸ ਪਿਕਚਰ ਦਿਖਾਇਆ ਸੀਗਾ ਕਿ ਕਿਵੇਂ ਪੂਰੇ ਵਰਲਡ ਨੂੰ ਡੋਮੀਨੇਟ ਕੀਤਾ ਸੀ ਬ੍ਰਿਟੇਨ ਨੇ, ਔਰ ਬ੍ਰਿਟੇਨ ਦੇ ਲੋਕਾਂ ਵਾਸਤੇ ਇੱਕ ਨੈਸ਼ਨਲ ਪ੍ਰਾਈਡ ਦੀ ਗੱਲ ਸੀ, ਉਹ ਮਾਣ ਮਹਿਸੂਸ ਕਰਦੇ ਸੀ ਇਸ ਚੀਜ਼ ਦੇ ਵਿੱਚ। ਸੋ ਦਿਸ ਕਨਕਲੂਡਸ the video on the pictures of the first lesson of history. Thank you very much.